ਖਤ ਦੋ ਲਾਈਨਾਂ ਦਾ ਲਿਖਿਆ ਏ, ਹਾਏ ਵੇ ਲਿਖਣਾ ਕਿੱਥੋਂ ਸਿੱਖਿਆ ਏ। ਕੀ ਦੱਸਾਂ ਕੀ ਹਾਲਤ ਹੋ ਗਈ, ਕੀ ਦੱਸਾਂ ਕੀ ਹਾਲਤ ਹੋ ਗਈ, ਹਿਜਰ ਤੇਰੇ ਵਿੱਚ ਸੜਦੀ ਦੀ। ਐਸਾ ਖਤ ਲਿਖ ਕੇ ਪਾ ਸੱਜਣਾ ਵੇ, ਮੇਰੀ ਉਮਰ ਬੀਤ ਜੇ ਪੜਦੀ। ਮੈਂ ਇਨਫੈਕਟ ਆਪਣੇ ਬਰਥਡੇ ਤੇ ਇੱਕ ਫੋਟੋ ਵੀ ਪੋਸਟ ਕੀਤੀ ਸੀ, ਪਾਪਾ ਮੈਨੂੰ ਗੋਦੀ 'ਚ ਲੈ ਕੇ ਹਾਰਮੋਨੀਅਮ ਵਜਾ ਰਹੇ ਨੇ। ਸੋ ਐਜ਼ ਅ ਬੇਬੀ ਵੀ ਮੈਂ ਪਾਪਾ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੀ ਸੀ, ਜਿੱਦਾਂ ਦੀਆਂ ਆਵਾਜ਼ਾਂ ਨਿਕਲਦੀਆਂ ਸੀ ਕੱਢਦੀ ਸੀ। ਜਿਹੜੇ ਬਣੇ ਬਣਾਏ ਐਕਟਰਸ ਦੇ ਬੱਚੇ ਹੁੰਦੇ ਨੇ ਜਾਂ ਆਰਟਿਸਟ ਦੇ ਬੱਚੇ ਹੁੰਦੇ ਨੇ, ਲੋਕ ਕਹਿੰਦੇ ਨੇ ਇਹਨਾਂ ਨੂੰ ਤਾਂ ਬਣੀ ਬਣਾਈ ਰੋਟੀ ਮਿਲੀ ਹੈ। ਫਿਰ ਵੀ ਤੁਹਾਨੂੰ ਲੱਗਦਾ ਕਿ ਬਰਾੜ ਸਾਹਿਬ ਦੀ ਦੇਣ ਕਰਕੇ ਤੁਹਾਨੂੰ ਕੋਈ ਫਾਇਦਾ ਹੋਇਆ? ਪਹਿਲਾਂ ਤੋਂ ਬਚਪਨ ਤੋਂ ਇਹ ਗੱਲ ਮਨ ਦੇ ਵਿੱਚ ਆਈਡੀਆ ਸੀਗਾ, ਫਾਦਰ ਸਾਹਿਬ ਤੋਂ ਇੰਪ੍ਰੈਸ ਹੋਏ, ਜਾਂ ਉਸ ਤੋਂ ਬਾਅਦ ਮਨ ਦੇ ਵਿੱਚ ਆਈਡੀਆ ਹੈ ਕਿ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ? ਮੈਨੂੰ ਹਮੇਸ਼ਾ ਹੀ ਹੁੰਦਾ, ਪਾਪਾ ਦੀ ਗੱਲ ਹੁੰਦੀ ਆ ਤਾਂ ਬਲੈਂਕ ਹੋ ਜਾਂਦੀ ਆ। ਮੱਥੇ ਟੇਕ ਟੇਕ ਕਰਦਾ ਟਰਾਈਆਂ, ਮੇ ਵੀ ਇਸ ਵਾਰੀ ਲੱਗ ਜਾਵੇ ਦਾ ਪੁੱਛਦਾ, ਮੇਰੇ ਹੁਸਨਾ ਦਾ ਹੋ ਗਿਆ دیਵਾਨਾ। ਹਾਂ ਗੱਲ ਕਰਨ ਬਹਾਨੇ ਮੁੰਡਾ ਰਾਹ ਪੁੱਛਦਾ। ਆਲੋ ਪੁੱਤ ਛੱਡਤੀ ਸ਼ਰਾਬ ਤੁਹਾਡੇ ਪਾਪੇ ਨੇ, ਉਹ ਸ਼ਰਾਬ ਦਾ ਜੋ ਅਸਰ ਸੀਗਾ ਉਹ ਸ਼ਾਇਦ ਪਰਿਵਾਰ ਨੂੰ ਬੜਾ ਨੁਕਸਾਨ ਦੇ ਗਿਆ। ਉਦੋਂ ਤਾਂ ਪਾਪਾ ਦੇ ਵਿੱਚ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਆ ਗਈ ਸੀ। ਸੋ ਪਾਪਾ ਦੀ ਐਲਕੋਹਲਿਕ ਹੈਬਿਟ ਵੀ, ਵੈਸੇ ਵੀ ਪਾਪਾ ਕਾਫੀ ਚੇਂਜ ਹੋ ਗਏ ਸੀ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਇੱਕ ਮਹਾਨ ਹਸਤੀ ਹੋਈ ਹੈ, ਉਹ ਨਾਮ ਦੱਸਣ ਦੇ ਮੁਹਤਾਜ ਨਹੀਂ, ਪਹਿਚਾਣ ਦੇ ਮੁਹਤਾਜ ਨਹੀਂ ਰਹੇ। ਰਾਜ ਬਰਾੜ ਜੀ ਸਾਡੇ ਵਿੱਚ ਅੱਜ ਹਾਜ਼ਰ ਨਹੀਂ ਹੈਗੇ, ਪਰ ਰਾਜ ਬਰਾੜ ਦੇ ਜਿੰਨੇ ਵੀ ਫੈਨ ਸੀਗੇ, ਜਦੋਂ ਰਾਜ ਬਰਾੜ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਇਹ ਤਮੰਨਾ ਜ਼ਰੂਰ ਸੀ ਵੀ ਉਹਨਾਂ ਦਾ ਪਰਿਵਾਰ ਕਿੱਥੇ ਹੈ। ਪਰ ਉਸ ਤੋਂ ਬਾਅਦ ਇੱਕ ਬੜੀ ਸੋਹਣੀ ਖਬਰ ਆਉਂਦੀ ਹੈ। ਮੈਂ ਵੀ ਬਤੌਰ ਰਾਜ ਬਰਾੜ ਸਾਹਿਬ ਦਾ ਇੱਕ ਫੈਨ ਦੇ ਤੌਰ 'ਤੇ ਉਸ ਖਬਰ ਨੂੰ, ਜਿਵੇਂ ਮੈਨੂੰ ਖੁਸ਼ੀ ਮਿਲੀ ਸੀ ਉਵੇਂ ਹੀ ਲੋਕਾਂ ਨੂੰ ਵੀ ਖੁਸ਼ੀ ਮਿਲੀ ਸੀ ਜਿਹੜੇ ਹੋਰ ਫੈਨ ਸੀ, ਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੀ ਧੀ ਰਾਣੀ, ਉਹਨਾਂ ਦੀ ਬੇਟੀ ਸਵਿਤਾਜ ਬਰਾੜ, ਉਹ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲਾਂਚ ਹੋ ਗਈ ਹੈ। ਸਵਿਤਾਜ ਬਰਾੜ ਸਾਡੇ ਨਾਲ ਨੇ, ਬੜੇ ਪਿਆਰੇ ਲੱਗ ਰਹੇ ਨੇ, ਬੜੀ ਖੂਬਸੂਰਤ ਇਹ ਮੁਟਿਆਰ ਹੈ, ਔਰ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਕੀ ਇਹਨਾਂ ਦੇ ਮਤਲਬ ਅੱਜ ਤੱਕ ਇਹਨਾਂ ਨੇ ਇਹਦੇ ਵਿੱਚ ਕੀ ਕੀਤਾ ਮਿਊਜ਼ਿਕ ਇੰਡਸਟਰੀ ਦੇ ਵਿੱਚ, ਇਹਨਾਂ ਦੇ ਫਾਦਰ ਸਾਹਿਬ ਦੇ ਨਾਲ ਜੋ ਇਹਨਾਂ ਦਾ ਰੁਤਬਾ ਰਿਹਾ ਫਾਦਰ ਸਾਹਿਬ ਦੇ ਨਾਲ, ਉਹਨਾਂ ਦੇ ਸੁਪਨੇ ਪੂਰੇ ਕਰਨ ਦੇ ਵਿੱਚ ਕਿੰਨੇ ਕਿਹੇ ਮਿਹਨਤ ਕਰ ਰਹੇ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਰ, ਰਿਵਿਊਜ਼ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਵਿਤਾਜ, ਹਰ ਕੋਈ ਜਾਣਨਾ ਚਾਹੁੰਦਾ ਹੈ ਕਿਉਂਕਿ ਬਹੁਤ ਤੁਸੀਂ ਖੁਸ਼ਕਿਸਮਤ ਹੋ, ਤੁਸੀਂ ਉਸ ਪਰਿਵਾਰ ਦੇ ਵਿੱਚੋਂ, ਅਤੇ ਇੱਕ ਪਾਸੇ ਮੈਂ ਇਹ ਵੀ ਕਹਾਂਗਾ ਕਿ ਸਾਡੀ ਕਿਸਮਤ ਥੋੜ੍ਹੀ ਢਿੱਲੀ ਵੀ ਰਹੀ ਕਿ ਰਾਜ ਬਰਾੜ ਸਾਹਿਬ ਸਾਡੇ ਨਾਲ ਨਹੀਂ ਹੈਗੇ, ਬਟ ਕੀ ਹਰ ਕੋਈ ਜਾਣਨਾ ਚਾਹੁੰਦਾ ਹੈ ਅੱਜ ਕੱਲ੍ਹ ਤੁਸੀਂ ਕੀ ਕਰ ਰਹੇ ਹੋ? ਫਿਲਹਾਲ ਤਾਂ ਲੋਕਡਾਊਨ ਹੈ, ਸਭ ਨੂੰ ਹੀ ਪਤਾ ਹੈ। ਸੋ ਮੈਂ ਆਮ ਜਸਟ ਵਰਕਿੰਗ ਔਨ ਮਾਈ ਸੈਲਫ, ਵਰਕਆਊਟ ਕਰ ਰਹੀ ਹਾਂ, ਆਪਣੇ ਆਪ ਨੂੰ ਹੋਰ ਫਿਟ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਆਮ ਟੇਕਿੰਗ ਐਕਟਿੰਗ ਕਲਾਸਿਸ ਔਨਲਾਈਨ, ਰਿਆਜ਼ ਕਰ ਰਹੀ ਹਾਂ। ਸੋ ਬਸ ਸਟੱਡੀ ਕੰਪਲੀਟ ਹੋ ਗਈ ਤੁਹਾਡੀ? ਨਹੀਂ, ਔਨਲਾਈਨ ਕਲਾਸਿਸ ਵੀ ਲੱਗ ਰਹੀਆਂ ਨੇ, ਸੋ ਜਿੱਦਣ ਦਿਲ ਕਰਦਾ ਲਾ ਲਈਦੀ ਹੈ। ਜਿੱਦਣ ਇਸ ਤੋਂ ਪਹਿਲਾਂ ਤੁਸੀਂ ਕੈਨੇਡਾ ਸੀਗੇ ਸਟੱਡੀ ਕਰਨ ਦੇ ਲਈ, ਉੱਥੇ ਕੀ ਬਣਿਆ? ਤੁਸੀਂ ਵਾਪਸ ਆ ਗਏ, ਉੱਥੇ ਸਟੱਡੀ ਕੰਪਲੀਟ ਕੀਤੀ? ਉੱਥੇ ਸਟੱਡੀ ਲਈ ਮੈਂ ਹਲੇ ਜਸਟ ਅਪਲਾਈ ਹੀ ਕੀਤਾ ਸੀ, ਐਕਸੈਪਟ ਵੀ ਹੋ ਗਈ ਸੀ, ਬਟ ਉੱਥੇ ਦਿਲ ਨਹੀਂ ਲੱਗਾ ਮੇਰਾ, ਲਾਈਫ ਸਟਾਈਲ ਦਾ ਬਹੁਤ ਫਰਕ ਹੈ। ਸੋ ਬਸ ਮੇਰਾ ਦਿਲ ਨਹੀਂ ਲੱਗਿਆ, ਸੋ ਆਈ ਜਸਟ ਫੈਲਟ ਲਾਈਕ ਕਮਿੰਗ ਬੈਕ, ਕਿ ਹੁਣ ਵਾਪਸ ਚਲੇ ਜਾਣਾ ਚਾਹੀਦਾ। ਤੁਸੀਂ ਕੈਨੇਡਾ ਉਦੋਂ ਚਲੇ ਗਏ ਸੀ ਜਦੋਂ ਬਰਾੜ ਸਾਹਿਬ ਇੱਥੇ ਹੁੰਦੇ ਸੀ, ਜਦੋਂ ਬਰਾੜ ਸਾਹਿਬ ਸੀਗੇ ਦੁਨੀਆ ਦੇ ਵਿੱਚ, ਉਸ ਤੋਂ ਬਾਅਦ ਗਏ ਸੀ ਤੁਸੀਂ? ਨਹੀਂ, ਪਾਪਾ ਦੀ ਡੈਥ ਤੋਂ ਬਾਅਦ ਗਏ ਸੀ। ਅਤੇ ਤੁਹਾਡੇ ਬ੍ਰਦਰ ਵੀ ਕੈਨੇਡਾ ਸੀਗੇ? ਉਹ ਵੀ ਸਾਡੇ ਨਾਲ ਹੀ ਸੀਗਾ, ਹਾਂਜੀ। ਉਹ ਵਾਪਸ ਆ ਗਏ? ਉਹ ਵੀ ਵਾਪਸ ਆ ਗਿਆ ਸੀ। ਉੱਥੇ ਸਾਰੇ ਹੀ ਸੀ, ਬਟ ਦਿਲ ਨਹੀਂ ਲੱਗਾ ਕਿਸੇ ਦਾ ਵੀ, ਲਾਈਫ ਸਟਾਈਲ ਦਾ ਬਹੁਤ ਫਰਕ ਹੈ, ਥੋੜ੍ਹਾ ਰਿਸਟ੍ਰਿਕਟਿਡ ਲਾਈਫ ਸਟਾਈਲ ਹੈ ਉੱਥੇ। ਸੋ ਹਾਂ, ਬਸ ਫਿਰ ਵਾਪਸ। ਇਸ ਪਰਿਵਾਰ ਦੇ ਵਿੱਚੋਂ ਅਗਰ ਤੁਸੀਂ ਦੁਬਾਰਾ ਤੁਸੀਂ ਵੀ ਗਾਉਣਾ ਲੱਗੇ ਤਾਂ ਲੋਕਾਂ ਨੂੰ ਬੜੀ ਖੁਸ਼ੀ ਮਿਲੀ ਇਸ ਗੱਲ ਦੀ। ਇਹ ਪਹਿਲਾਂ ਤੋਂ ਬਚਪਨ ਤੋਂ ਇਹ ਗੱਲ ਮਨ ਦੇ ਵਿੱਚ ਆਈਡੀਆ ਸੀਗਾ, ਫਾਦਰ ਸਾਹਿਬ ਤੋਂ ਇੰਪ੍ਰੈਸ ਹੋਏ, ਜਾਂ ਉਸ ਤੋਂ ਬਾਅਦ ਮਨ ਦੇ ਵਿੱਚ ਆਈਡੀਆ ਹੈ ਕਿ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ? ਪਾਪਾ ਤੋਂ ਇੰਸਪੀਰੇਸ਼ਨ ਜ਼ਰੂਰ ਮਿਲੀ ਹੈ, ਦੇਖ ਦੇਖ ਕੇ ਪਾਪਾ ਨੂੰ ਸਿੱਖਦੀ ਵੀ ਰਹੀ ਹਾਂ। ਮੈਂ ਇਨਫੈਕਟ ਆਪਣੇ ਬਰਥਡੇ ਤੇ ਇੱਕ ਫੋਟੋ ਵੀ ਪੋਸਟ ਕੀਤੀ ਸੀ, ਪਾਪਾ ਮੈਨੂੰ ਗੋਦੀ 'ਚ ਲੈ ਕੇ ਹਾਰਮੋਨੀਅਮ ਵਜਾ ਰਹੇ ਨੇ। ਸੋ ਐਜ਼ ਅ ਬੇਬੀ ਵੀ ਮੈਂ ਪਾਪਾ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੀ ਸੀ, ਜਿੱਦਾਂ ਦੀਆਂ ਆਵਾਜ਼ਾਂ ਨਿਕਲਦੀਆਂ ਸੀ ਕੱਢਦੀ ਸੀ।
ਬਟ ਫਰੋਮ ਮੈਚਿੰਗ ਮਾਧੁਰੀ ਦੀਕਸ਼ਿਤ ਸਟੈਪਸ ਔਨ ਟੀਵੀ ਐਂਡ ਪਾਪਾ ਤੋਂ ਇਨਸਪਾਇਰ ਹੋ ਕੇ ਬਸ ਬਚਪਨ ਤੋਂ ਹੀ ਸੀ ਕਿ ਕੁਝ ਕਰਨਾ ਹੈ ਤਾਂ ਇਸੇ ਲਾਈਨ 'ਚ ਕਰਨਾ ਹੈ ਬਸ। ਪਿੰਡਾਂ ਦਾ ਮਾਹੌਲ ਜੋ ਅਸੀਂ ਬਰਾੜ ਸਾਹਿਬ ਦੇ ਗੀਤਾਂ 'ਚ ਦੇਖੀਏ ਤਾਂ ਪਿੰਡਾਂ ਦਾ ਮਾਹੌਲ ਦਿਖਾਇਆ ਉਹਨਾਂ ਨੇ, ਬਹੁਤ ਕੁਛ ਹਰ ਤਰ੍ਹਾਂ ਦਾ ਗੀਤ ਗਾਇਆ ਹੈ ਨਾ। ਅਤੇ ਕਈ ਵਾਰੀ ਜਦੋਂ ਉਹਨਾਂ ਦਾ ਹੀ ਖੂਨ ਹੋ ਤਾਂ ਅਸੀਂ ਤੁਹਾਡੇ ਤੋਂ ਵੀ ਐਕਸਪੈਕਟ ਕਰਦੇ ਹਾਂ। ਤੁਸੀਂ ਵੀ ਕਦੇ ਪਿੰਡਾਂ 'ਚ ਗਏ ਹੋ? ਉਹ ਜਿਹੜੇ ਤੁਹਾਡਾ ਉਸ ਸ਼ਾਇਦ ਮੁਕਤਸਰ ਏਰੀਏ ਦੇ ਵਿੱਚ ਪਿੰਡ ਸੀਗਾ ਤੁਹਾਡਾ ਪੁਰਾਣਾ। ਹਾਂਜੀ, ਮਾਲਕੇ ਪਿੰਡ ਦਾ ਨਾਮ ਹੈ। ਹਾਂਜੀ, ਹੁਣ ਪਿੰਡਾਂ ਦੇ ਵਿੱਚ ਗਏ ਹੋ ਕਦੇ ਤੁਸੀਂ? ਬਿਲਕੁਲ ਬਿਲਕੁਲ ਗਈ ਹਾਂ। ਅਤੇ ਉਹ ਜਿਹੜੇ ਹਰ ਮਤਲਬ ਉਹਨਾਂ ਨੇ ਕਿਸਾਨ ਦੀ ਗੱਲ ਵੀ ਕੀਤੀ ਹੈ, ਕਿ ਰੋਮਾਂਟਿਕ ਗਾਣੇ ਵੀ ਗਾਏ ਨੇ, ਦੁਗਾਣਾ ਜੋੜੀਆਂ ਵੀ ਉਹਨਾਂ ਦੇ ਨਾਲ ਜਿਹੜੇ ਉਹਨਾਂ ਨੇ ਗੀਤ ਗਾਏ ਨੇ ਬਹੁਤ ਫੇਮਸ ਹੋਏ ਨੇ ਅਤੇ ਬਹੁਤ ਲੋਕਾਂ ਨੂੰ ਉਹਨਾਂ ਨੇ ਬਣਾਇਆ ਵੀ ਹੈ। ਤੁਹਾਡਾ ਵੀ ਮਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਰ ਇੱਦਾਂ ਦਾ ਲੱਗਦਾ ਵੀ ਕਿ ਹਰ ਜਿਹੜਾ ਪਹਿਲੂ ਉਹ ਟੱਚ ਕਰਨਾ? ਗਾਣਾ ਹਾਂਜੀ ਬਿਲਕੁਲ, ਹਲੇ ਤਾਂ ਲੱਕੀਲੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਸ਼ੁਰੂਆਤ ਹੀ ਹੋਈ ਆ, ਬਟ ਬਹੁਤ ਕੰਮ ਕਰਨਾ ਹੈ। ਹਰ ਤਰ੍ਹਾਂ ਦੇ ਗਾਣੇ ਕਰਨੇ ਨੇ, ਡੂਇਟ ਕਰਨੇ ਨੇ, ਸਿੰਪਲ ਗਾਣੇ ਕਰਨੇ ਨੇ, ਰੋਮਾਂਟਿਕ ਕਰਨੇ ਨੇ, ਬਟ ਇੱਕ ਗੋਲ ਮੈਂ ਹਮੇਸ਼ਾ ਰੱਖ ਕੇ ਚੱਲਣਾ ਚਾਹੂੰਗੀ ਕਿ ਕੁਝ ਵੀ ਮੇਰੇ ਕਿਸੇ ਵੀ ਗਾਣੇ 'ਚ ਅਨਕੰਫਰਟੇਬਲ ਨਹੀਂ ਹੋਣਾ ਚਾਹੀਦਾ ਸੁਣਨ 'ਚ ਜਾਂ ਦੇਖਣ 'ਚ। ਕੁਝ ਵੀ ਫੈਮਿਲੀਜ਼ ਨੂੰ ਟਾਰਗੇਟ ਕਰਕੇ ਚੱਲਣਾ ਚਾਹੂੰਗੀ। ਬਿਲਕੁਲ, ਇਹ ਬੜੀ ਅੱਛੀ ਲੱਗੀ ਮੈਨੂੰ ਗੱਲ, ਕਿਉਂਕਿ ਸ਼ਾਇਦ ਜੋ ਚੰਗਾ ਕਲਾਕਾਰ ਹੁੰਦਾ ਹੈ ਜਾਂ ਜਿਸ ਨੂੰ ਚੰਗੀ ਸਿੱਖਿਆ ਮਿਲੀ ਹੁੰਦੀ ਉਹ ਇਸ ਗੱਲ ਨੂੰ ਬਿਲਕੁਲ ਧਿਆਨ 'ਚ ਰੱਖਦੇ ਨੇ। ਔਰ ਤੁਹਾਡੀ ਇੱਕ ਅਨਾਊਂਸਮੈਂਟ ਹੋਰ ਆਈ ਸੀ, ਇੱਕ ਵੱਡੀ ਖਬਰ ਜੋ ਸਾਨੂੰ ਲੱਗੀ ਸਾਰਿਆਂ ਨੂੰ, ਕਿ ਤੁਸੀਂ ਕਿਸੇ ਫਿਲਮ 'ਚ ਵੀ ਆ ਰਹੇ ਹੋ। ਕੋਈ ਹੈ ਉਹਦੀ ਕੋਈ ਅੱਜ ਤੱਕ ਕੀ ਅਪਡੇਟ ਹੈ? ਅਪਡੇਟ ਹਲੇ ਤੱਕ ਲੋਕਡਾਊਨ ਤੋਂ ਪਹਿਲਾਂ ਤਾਂ ਜਸਟ ਮੂਵੀ ਸਾਈਨ ਹੀ ਕੀਤੀ ਸੀ, ਬਟ ਉਸ ਤੋਂ ਬਾਅਦ ਲੋਕਡਾਊਨ ਹੋ ਗਿਆ, ਵੈਰੀ ਅਨਫੋਰਚੂਨੇਟ। ਬਟ ਲੋਕਡਾਊਨ ਖਤਮ ਹੁੰਦਿਆਂ ਹੀ ਜਦੋਂ ਸਾਰਾ ਕੁਝ ਸਹੀ ਹੁੰਦਾ ਹੈ, ਫਲਾਈਟਸ ਦੁਬਾਰਾ ਸ਼ੁਰੂ ਹੁੰਦੀਆਂ ਨੇ, ਤਾਂ ਸ਼ੂਟਿੰਗ ਸ਼ੁਰੂ ਹੋ ਜਾਏਗੀ। ਮਤਲਬ ਉਹ ਸੁਣਨ 'ਚ ਆਇਆ ਵੀ ਯੁਵਰਾਜ ਹੰਸ ਨਾਲ ਫਿਲਮ ਆ ਰਹੀ ਹੈ? ਬਿਲਕੁਲ ਬਿਲਕੁਲ, ਉਹਨਾਂ ਨਾਲ ਆ ਰਹੀ ਹੈ। ਔਰ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਦੁਗਾਣਾ ਜੋੜੀ ਵਾਂਗ, ਜਿਵੇਂ ਕਿ ਅੱਜ ਕੱਲ੍ਹ ਪਹਿਲਾਂ ਜੋ ਉਹਨਾਂ ਨੇ ਚਲਾਇਆ ਸੀ, ਪੁਰਾਣੇ ਕਈ ਸਿੰਗਰਸ ਨੇ ਦੌਰ ਚਲਾਇਆ ਸੀ, ਬੜਾ ਫੇਮਸ ਹੋਇਆ ਸੀ, ਅਤੇ ਤੁਹਾਡਾ ਵੀ ਮਨ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਕੱਲ੍ਹ ਵੀ ਚੱਲਦਾ ਕਈ ਜਿਵੇਂ ਗੁਰਲੇਜ਼ ਅਖਤਰ ਗਾ ਰਹੇ ਨੇ, ਤੁਹਾਡਾ ਮਨ ਹੈ? ਬਿਲਕੁਲ ਕਰਨਾ ਚਾਹੂੰਗੀ। ਲਾਈਕ ਆਈ ਸੈਡ ਕਿ ਹਲੇ ਜਸਟ ਸ਼ੁਰੂਆਤ ਹੀ ਹੋਈ ਆ, ਬਟ ਜ਼ਰੂਰ ਕਰਨਾ ਚਾਹੂੰਗੀ, ਡੂ ਇਟ ਕਰਨਾ ਚਾਹੂੰਗੀ। ਤੁਹਾਡੇ ਦੋ ਗੀਤ ਆਏ ਨੇ, ਰਾਹ ਪੁੱਛਦਾ ਅਤੇ ਨਖਰਿਆਂ ਵਾਲੀ, ਉਹਦੇ ਰਿਸਪੌਂਸ ਤੋਂ ਕਿੰਨੇ ਖੁਸ਼ ਹੋ? ਬੜੇ ਕਮਾਲ ਦੇ ਗੀਤ ਸੀ ਦੋਨੋਂ, ਮੈਂ ਸੁਣੇ ਨੇ, ਬੜਾ ਅੱਛਾ ਰਿਸਪੌਂਸ ਵੈਸੇ YouTube 'ਤੇ ਤਾਂ ਆਇਆ, ਤਾਂ ਤੁਹਾਨੂੰ ਉਹ ਤੋਂ ਕਿੰਨੀ ਸੈਟਿਸਫੈਕਸ਼ਨ? ਜਦੋਂ ਰਾਹ ਪੁੱਛਦਾ ਰਿਲੀਜ਼ ਹੋਇਆ ਸੀ, ਬੀਇੰਗ ਮੇਰਾ ਪਹਿਲਾ ਸੌਂਗ, ਮੈਂ ਬਹੁਤ ਡਾਊਟਫੁਲ ਸੀ ਕਿ ਪਤਾ ਨਹੀਂ ਲੋਕਾਂ ਨੂੰ ਪਤਾ ਲੱਗੇਗਾ ਜਾਂ ਨਹੀਂ, ਪਤਾ ਨਹੀਂ ਮੈਨੂੰ ਅਸੈਪਟ ਕਰ ਪਾਉਣਗੇ ਜਾਂ ਨਹੀਂ ਐਜ਼ ਐਨ ਆਰਟਿਸਟ। ਬਟ ਪਹਿਲੇ ਗਾਣੇ ਦੇ ਤੌਰ 'ਤੇ ਦੈਟ ਸੌਂਗ ਹੈਜ਼ ਕ੍ਰੋਸਡ 1 ਮਿਲੀਅਨ ਵਿਊਜ਼, ਔਰ ਮੇਰੇ ਲਈ ਬਹੁਤ ਵੱਡੀ ਗੱਲ ਆ, ਐਂਡ ਆਈ ਐਮ ਵੈਰੀ ਵੈਰੀ ਹੈਪੀ। ਸਭ ਨੂੰ ਥੈਂਕ ਯੂ, ਦਿਲੋਂ ਥੈਂਕ ਯੂ। ਐਂਡ ਜਿਹੜਾ ਤੁਹਾਡਾ ਦੂਸਰਾ ਗਾਣਾ ਉਹ ਤਾਂ ਹਜੇ ਮੈਨੂੰ ਲੱਗਦਾ 1-2 ਹਫ਼ਤੇ ਹੋਏ ਨੇ, ਹਲੇ ਹੋਣੀ ਜੀ। ਉਹ ਸੇਮ ਟੀਮ ਨਾਲ ਸੀ ਜਾਂ ਉਹ ਵੱਖਰੀ ਟੀਮ ਸੀ? ਸੇਮ ਟੀਮ ਸੀ, ਬਸ ਲਿਖਿਆ ਗੁਰਸਾਨ ਜੀ ਨੇ ਸੀ, ਰਾਹ ਪੁੱਛਦਾ ਮਨਿੰਦਰ ਕੈਲੇ ਜੀ ਨੇ ਲਿਖਿਆ ਸੀ। ਔਰ ਤੁਹਾਨੂੰ ਕਈ ਵਾਰੀ ਜਿਹੜੇ ਬਾਲੀਵੁੱਡ ਦੀ ਵੀ ਗੱਲ ਕਰੀਏ ਤਾਂ ਉਹਨਾਂ ਸਾਰਿਆਂ 'ਤੇ ਇੱਕ ਸਵਾਲ ਉੱਠ ਜਾਂਦਾ ਕਈ ਵਾਰੀ, ਜਿਹੜੇ ਬਣੇ ਬਣਾਏ ਐਕਟਰਸ ਦੇ ਬੱਚੇ ਹੁੰਦੇ ਨੇ ਜਾਂ ਆਰਟਿਸਟ ਦੇ ਬੱਚੇ ਹੁੰਦੇ ਨੇ, ਲੋਕ ਕਹਿੰਦੇ ਨੇ ਇਹਨਾਂ ਨੂੰ ਤਾਂ ਬਣੀ ਬਣਾਈ ਰੋਟੀ ਮਿਲੀ ਹੈ। ਚਲੋ ਖੈਰ, ਬਰਾੜ ਸਾਹਿਬ ਦਾ ਬਹੁਤ ਦੇਣ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ। ਉਹ ਬਣੀ ਬਣਾਈ ਰੋਟੀ ਵਾਲੀ ਗੱਲ ਤਾਂ ਜਿਹੜੇ ਉਹ ਲੋਕ ਕਹਿ ਦਿੰਦੇ ਨੇ ਉਹ ਥੋੜ੍ਹੀ ਜਿਹੀ ਔਖੀ ਹੈ, ਬਟ ਫਿਰ ਵੀ ਤੁਹਾਨੂੰ ਲੱਗਦਾ ਕਿ ਬਰਾੜ ਸਾਹਿਬ ਦੀ ਦੇਣ ਕਰਕੇ ਤੁਹਾਨੂੰ ਕੋਈ ਫਾਇਦਾ ਹੋਇਆ? ਮੈਂ ਕਹੂੰਗੀ ਕਿ ਲੋਕਾਂ 'ਚ ਇਹ ਇੱਕ ਮਿਥ ਹੈ, ਬਟ ਜੇ ਕੋਈ ਚੀਜ਼ ਆਸਾਨ ਹੈ ਤਾਂ ਮੈਂ ਜਿਸ ਇਹ ਕਹੂੰਗੀ ਕਿ ਕਿਸੇ ਤੱਕ ਅਪਰੋਚ ਜੇ ਕਰਨੀ ਆ ਇੰਡਸਟਰੀ 'ਚੋਂ ਤਾਂ ਪਹੁੰਚਣਾ ਆਸਾਨ ਆ, ਬਟ ਆਡੀਸ਼ਨਸ ਦੇਣੇ ਪੈਂਦੇ ਨੇ, ਰਿਜੈਕਸ਼ਨਸ ਵੀ ਸੁਣਨ ਨੂੰ ਮਿਲਦੀਆਂ ਹੈ, ਟੈਲੈਂਟ ਹੋਣਾ ਵੀ ਬਹੁਤ ਜ਼ਰੂਰੀ ਹੈ, ਦ ਸਟਰਗਲ ਇਜ਼ ਇਕੁਅਲ। ਅਤੇ ਉਹ ਟੈਲੈਂਟ ਤਾਂ ਦਰਸ਼ਕੋ ਤੁਸੀਂ ਦੇਖਿਆ ਹੀ ਹੈ ਵੀ ਇਹ ਗੱਲ ਲੋਕ ਕਹਿ ਤਾਂ ਦਿੰਦੇ ਨੇ, ਇਹ ਸਵਾਲ ਕਰਨਾ ਮੇਰਾ ਬਣਦਾ ਸੀ, ਬਟ ਇਹਨਾਂ ਦੇ ਆਨਸਰ ਤੋਂ ਟੈਲੈਂਟ ਵਾਲੀ ਗੱਲ ਜੋ ਕਹੀ ਹੈ ਤਾਂ ਇਹਨਾਂ ਦੀ ਤੁਸੀਂ ਆਵਾਜ਼ ਵੀ ਸੁਣੀ ਹੈ। ਇੱਕ ਵਾਰ ਮੈਂ ਤੁਹਾਡੀ ਇੰਟਰਵਿਊ ਸੁਣ ਰਿਹਾ ਸੀਗਾ, ਤੁਸੀਂ ਰਾਜ ਬਰਾੜ ਸਾਹਿਬ ਦਾ ਗੀਤ ਗਾ ਰਹੇ ਸੀ, ਮੈਂ ਵੀ ਇੱਥੇ ਚਾਹਾਂਗਾ ਕਿ ਤੁਸੀਂ ਉਸ ਤੋਂ ਬਾਅਦ ਅਸੀਂ ਤੁਹਾਡੇ ਗਾਣੇ ਵੀ ਸੁਣਾਂਗੇ, ਬਟ ਬਤੌਰ ਫੈਨ ਹੋਣ ਦੇ ਨਾਂ 'ਤੇ ਬਹੁਤ ਸਾਰੇ ਸੁਣਨਗੇ ਵੀ, ਅਸੀਂ ਚਾਹੁੰਦੇ ਹਾਂ ਕਿ ਉਸ ਬਾਪ ਦੀ ਧੀ ਉਹਨਾਂ ਦਾ ਇੱਕ ਗੀਤ ਗਾਵੇ ਜਿਹੜਾ ਵੀ ਤੁਹਾਡਾ ਮਨਪਸੰਦ ਦਾ ਗੀਤ। ਮੈਨੂੰ 2 ਗਾਣੇ ਬਹੁਤ ਪਸੰਦ ਨੇ, ਹੁਣ ਤੁਸੀਂ ਦੱਸ ਦਿਓ ਕਿਹੜਾ ਸੁਣਾਵਾਂ। ਇੱਕ ਖੱਤ ਤੇ ਇੱਕ ਬਾਂਹ ਫੜ ਕੇ ਰੋਕ ਲੈਂਦੇ, ਬਹੁਤ ਪਸੰਦ। ਖੱਤ ਸੁਣਾ ਦਿਓ। ਓਕੇ। ਖੱਤ 2 ਲਾਈਨਾਂ ਦਾ ਲਿਖਿਆ ਏ, ਹਾਏ ਵੇ ਲਿਖਣਾ ਕਿੱਥੋਂ ਸਿੱਖਿਆ ਏ, ਕੀ ਦੱਸਾਂ ਕੀ ਹਾਲਤ ਹੋ ਗਈ, ਕੀ ਦੱਸਾਂ ਕੀ ਹਾਲਤ ਹੋ ਗਈ, ਹਿਜਰ ਤੇਰੇ ਵਿੱਚ ਸੜਦੀ ਦੀ, ਐਸਾ ਖਤ ਲਿਖ ਕੇ ਪਾ ਸੱਜਣਾ ਵੇ ਮੇਰੀ ਉਮਰ ਬੀਤ ਜੇ ਪੜ੍ਹਦੀ ਦੀ, ਐਸਾ ਖਤ ਲਿਖ ਕੇ ਪਾ ਸੱਜਣਾ ਵੇ ਮੇਰੀ ਉਮਰ ਬੀਤ ਜੇ ਪੜ੍ਹਦੀ ਦੀ। ਵਾਹ ਵਾਹ, ਬਹੁਤ ਕਮਾਲ, ਬਹੁਤ ਕਮਾਲ। ਬਿਲਕੁਲ ਤੁਸੀਂ ਝਲਕ ਪੈਂਦੀ ਹੈ ਸੱਚਮੁੱਚ।
ਤੇ ਕੀ ਤੁਹਾਡੇ ਮੰਮੀ ਨੇ ਜਿਹੜੇ ਉਹਨਾਂ ਦੀ ਲਾਈਫ, ਤੁਸੀਂ ਦੋਨਾਂ ਨੇ ਮਾਮਾ ਧੀਆਂ ਦਾ ਪਿਆਰ ਅਲੱਗ ਹੁੰਦਾ, ਉਹਨਾਂ ਦੀ ਗੱਲਾਂ ਬਾਤਾਂ ਵੀ ਅਲੱਗ ਹੁੰਦੀਆਂ ਨੇ, ਤੁਸੀਂ ਥੋੜ੍ਹੇ ਮੈਚਿਓਰ ਸੀਗੇ ਹੈ ਨਾ, ਤੇ ਕਿੰਨੀ ਕੁ ਔਖੀ ਰਹੀ ਲਾਈਫ ਬਰਾੜ ਸਾਹਿਬ ਤੋਂ ਬਾਅਦ? ਕਿੰਨਾ ਕੁ ਕੋਈ ਕਿਸੇ ਪਾਸਿਓਂ ਕੋਈ ਮਤਲਬ ਕੋਈ ਇਸ 뮤직 ਇੰਡਸਟਰੀ ਦੇ ਵਿੱਚ ਆਉਣਾ ਕਿੰਨਾ ਕੁ ਔਖਾ ਰਿਹਾ? ਐਦਾਂ ਜਦੋਂ ਬਾਪ ਹੁੰਦੇ ਤਾਂ ਬਹੁਤ ਸੌਖਾ ਹੋਣਾ ਸੀ। ਅੱਜ ਵੀ ਤੁਸੀਂ ਸ਼ਾਇਦ ਤੁਸੀਂ ਕਿਹਾ ਵੀ ਮੈਨੂੰ ਬਚਪਨ ਤੋਂ ਸ਼ੌਂਕ ਸੀਗਾ, ਜੇ ਉਹ ਹੁੰਦੇ ਤਾਂ ਤੁਹਾਨੂੰ ਨਾਲ ਲਾਂਚ ਕਰਦੇ। ਕਿੰਨੀ ਕੁ ਔਖੀ ਰਹੀ ਲਾਈਫ? ਔਖਾ ਤਾਂ ਸੀਗਾ ਹੀ, ਕਿਉਂਕਿ ਉਹਨਾਂ ਦੀ ਕਮੀ ਮੈਨੂੰ ਲੱਗਦਾ ਨਹੀਂ ਕਦੇ ਪੂਰੀ ਹੋ ਸਕਦੀ। ਬਟ ਮੈਨੂੰ ਹਮੇਸ਼ਾ ਹੀ ਹੁੰਦਾ, ਪਾਪਾ ਦੀ ਗੱਲ ਹੁੰਦੀ ਆ ਤਾਂ ਬਲੈਂਕ ਹੋ ਜਾਂਦੀ ਆ। ਬਟ ਇਹ ਜ਼ਰੂਰ ਕਹੂੰਗੀ ਕਿ ਪਾਪਾ ਜਦੋਂ ਗਏ ਸੀ ਉਸ ਤੋਂ ਬਾਅਦ ਕਾਫੀ ਦੇਰ ਤਾਂ ਨੋਰਮਲ ਹੋਣ 'ਚ ਹੀ ਸਾਨੂੰ ਲੱਗ ਗਈ ਸੀ। ਬਹੁਤ ਦੇਰ ਮੈਂਟਲੀ ਡਿਸਟਰਬ ਰਹੇ ਹਾਂ, ਹਲੇ ਵੀ ਹਾਂ, ਬਟ ਹੁਣ ਥੋੜ੍ਹਾ ਆਪਣੇ ਆਪ ਨੂੰ ਸੰਭਾਲਣਾ ਆ ਗਿਆ ਹੈ। ਐਜ਼ ਆਈ ਸੈਡ, ਅਪਰੋਚ ਕਰਨਾ ਸੌਖਾ ਸੀ। ਮੈਂ ਹਮੇਸ਼ਾ ਦੱਸਿਆ ਸਾਰਿਆਂ ਨੂੰ, ਬਹੁਤ ਪ੍ਰਾਊਡਲੀ ਦੱਸਿਆ ਕਿ ਮੈਂ ਉਹਨਾਂ ਦੀ ਡਾਟਰ ਹਾਂ। ਐਂਡ ਸਮ ਆਫ ਦ ਪੀਪਲ ਫਰੋਮ ਦੀ ਇੰਡਸਟਰੀ ਵਰ ਵੈਰੀ ਕਾਈਂਡ ਕਿ ਉਹਨਾਂ ਨੇ ਮੇਰਾ ਰਿਪਲਾਈ ਕੀਤਾ। ਸੋ ਬਸ ਇੱਦਾਂ ਹੀ ਮੈਂ ਆਪਣੇ ਆਪ ਹੀ ਪੰਗੇ ਲੈ ਲੈ ਕੇ ਅਪਰੋਚ ਕੀਤਾ ਲੋਕਾਂ ਨੂੰ। ਐਂਡ ਅੱਜ 2 ਗਾਣੇ ਰਿਲੀਜ਼ ਨੇ, ਤੁਹਾਡੇ ਸਾਹਮਣੇ ਖੜੀ ਹਾਂ। ਅਸੀਂ ਉਮੀਦ ਵੀ ਕਰਦੇ ਹਾਂ ਕਿ ਤੁਸੀਂ ਤਰੱਕੀ ਕਰੋ। ਔਰ ਮੰਮੀ ਨਾਲ, ਬ੍ਰਦਰ ਨਾਲ, ਇਹਨਾਂ ਨੇ ਤੁਹਾਡੀ ਪੂਰੀ ਸਪੋਰਟ ਕੀਤੀ? ਪੂਰੀ ਸਪੋਰਟ ਕੀਤੀ ਹਮੇਸ਼ਾ ਤੋਂ। ਪਾਪਾ ਵੀ ਹਮੇਸ਼ਾ ਹੀ ਸਪੋਰਟ ਕਰਦੇ ਰਹੇ, ਕਦੇ ਵੀ ਇਦਾਂ ਨਹੀਂ ਫੋਰਸ ਕੀਤਾ ਕਿ ਅਸੀਂ ਤੈਨੂੰ ਚਾਹੁੰਦੇ ਹਾਂ ਕਿ ਤੂੰ ਮੈਥਸ ਕਰ ਜਾਂ ਮੈਥਸ ਹੀ ਕਰੇਂਗੀ। ਜਾਂ ਪਾਪਾ ਨੇ ਵੀ ਇਹ ਚੀਜ਼ ਮੇਰੇ ਤੇ ਫੋਰਸ ਨਹੀਂ ਕੀਤੀ ਕਿ ਮੈਂ 뮤직 ਇੰਡਸਟਰੀ 'ਚ ਹਾਂ ਤਾਂ ਤੂੰ ਵੀ ਤਾਂ ਹੀ ਇੱਧਰ ਜਾਏਂਗੀ। ਇਟ ਵਾਸ ਮਾਈ ਓਨ ਚੋਇਸ, ਮੇਰਾ ਆਪਣਾ ਇੰਟਰਸਟ ਸੀ। ਸੋ ਹਮੇਸ਼ਾ ਹਰ ਡਿਸੀਜਨ 'ਚ ਸਪੋਰਟਿਵ ਰਹੇ ਨੇ। ਤੁਸੀਂ ਦੱਸਿਆ ਕਿ ਤੁਹਾਡੇ ਬ੍ਰਦਰ ਵੀ ਵਾਪਸ ਆ ਗਏ ਸੀ। ਸੁਣਨ 'ਚ ਆਇਆ, ਕਿਉਂਕਿ ਲੋਕ ਇਹ ਵੀ ਪੁੱਛਣਾ ਚਾਹੁੰਦੇ ਹੋਣਗੇ, ਸੁਣਨ 'ਚ ਆਇਆ ਵੀ ਕਿ ਤੁਹਾਡੇ ਬ੍ਰਦਰ ਵੀ ਕੁਝ 뮤직 ਨਾਲ ਰਿਲੇਟਡ ਕੁਝ ਕਰ ਰਹੇ ਨੇ। ਉਹਨੂੰ 뮤직 ਪ੍ਰੋਡਕਸ਼ਨ ਦਾ ਬਹੁਤ ਸ਼ੌਂਕ ਹੈ, ਉਹਦੀ ਆਵਾਜ਼ ਵੀ ਬਹੁਤ ਅੱਛੀ ਹੈ। ਸੋ ਆਉਣਾ ਚਾਹੁੰਦਾ ਹੈ ਇੰਡਸਟਰੀ ਦੇ ਵਿੱਚ ਵੀ, ਬਟ ਹਲੇ ਆਪਣੀ ਸਟੱਡੀ ਕੰਪਲੀਟ ਕਰਨਾ ਚਾਹੁੰਦਾ, ਪਹਿਲਾਂ ਫਿਰ ਆਏਗਾ। ਦੇਖੋ, ਤੁਸੀਂ ਦੇਖ ਸਕਦੇ ਹੋ ਉਹਨੂੰ ਇਨ ਫਿਊਚਰ ਇੰਡਸਟਰੀ 'ਚ। ਰਾਜ ਬਰਾੜ ਸਾਹਿਬ ਬਤੌਰ ਅਦਾਕਾਰ ਵੀ ਆਏ ਸੀ, ਬਤੌਰ ਸਿੰਗਰ ਵੀ ਆਏ ਸੀ। ਤੁਹਾਡੀ ਕੀ ਚੁਆਇਸ ਹੈ? ਕਿਸ ਚੀਜ਼ ਨੂੰ ਜ਼ਿਆਦਾ ਤਰਜੀਹ ਦਿੰਦੇ ਹੋ? ਵੀ ਐਜ਼ ਅ ਸਿੰਗਰ ਤੁਸੀਂ ਲੋਕਾਂ ਸਾਹਮਣੇ ਰਹਿਣਾ ਚਾਹੁੰਦੇ ਹੋ ਕਿ ਅਦਾਕਾਰ ਵੀ ਬਣ ਕੇ ਆਉਣਾ ਚਾਹੁੰਦੇ ਹੋ? ਮੈਂ ਐਜ਼ ਅ ਸਿੰਗਰ ਸ਼ੁਰੂਆਤ ਕੀਤੀ ਆ, ਕਿਉਂਕਿ ਪਾਪਾ ਨੇ ਵੀ ਐਜ਼ ਅ ਸਿੰਗਰ ਹੀ ਸ਼ੁਰੂਆਤ ਕੀਤੀ ਸੀ। ਬਟ ਬਿਲਕੁਲ ਐਜ਼ ਐਨ ਅਦਾਕਾਰ ਵੀ ਅੱਗੇ ਆਉਣਾ ਚਾਹੁੰਦੀ ਹਾਂ। ਤੁਹਾਡਾ ਜਿਹੜਾ ਗਾਣਾ ਆਇਆ ਸੀ ਰਾਹ ਪੁੱਛਦਾ, ਬੜਾ ਪਿਆਰਾ ਗਾਣਾ ਸੀ। ਜ਼ਰੂਰ ਅਸੀਂ ਚਾਹਾਂਗੇ ਤੁਸੀਂ ਉਹਦੀਆਂ 2 ਸਤਰਾਂ ਸੁਣਾਓ। ਜ਼ਰੂਰ। ਦੇਖਣ ਦਾ ਮਾਰਾ ਹਾਏ ਵਿਚਾਰਾ, ਕਿੰਨੇ ਬਹਾਨੇ ਲੱਭਦਾ ਏ, ਚੋਰੀ ਚੋਰੀ ਹਾਂ ਹਾਂ ਤੱਕਦਾ ਮੈਨੂੰ, ਹਾਂ ਹਾਂ ਫੇਕ ਜਿਹਾ ਫਿਰ ਉਹ ਖੰਗਦਾ ਏ, ਮੱਥੇ ਟੇਕ ਟੇਕ ਕਰਦਾ ਟਰਾਈਆਂ, ਮੇ ਵੀ ਇਸ ਵਾਰੀ ਲੱਗ ਜਾਵੇ ਦਾ ਪੁੱਛਦਾ, ਮੇਰੇ ਹੁਸਨਾ ਦਾ ਹੋ ਗਿਆ دیਵਾਨਾ, ਗੱਲ ਕਰਨ ਬਹਾਨੇ ਮੁੰਡਾ ਰਾਹ ਪੁੱਛਦਾ। ਬਹੁਤ ਖੂਬ ਜੀ, ਬਹੁਤ ਖੂਬ। ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਅਗਲਾ ਗਾਣਾ, ਵੈਸੇ ਲੋਕਡਾਊਨ ਕਰਕੇ ਕਾਫੀ ਹਰ ਇੱਕ ਸਿੰਗਰਸ ਕਹਿੰਦੇ ਨੇ ਵੀ ਸਾਰੀਆਂ ਇੰਡਸਟਰੀਜ਼ ਖੁੱਲ੍ਹ ਜਾਣਗੀਆਂ, ਪਰ 뮤직 ਇੰਡਸਟਰੀ ਸਭ ਤੋਂ ਲੇਟ ਖੁੱਲ੍ਹੂਗੀ। ਉਹਦਾ ਤਾਂ ਆਰਟਿਸਟ ਲੋਕ ਨੇ ਜਿਹੜੇ ਬੜੇ ਫਿਕਰ 'ਚ ਨੇ, ਪਰ ਫਿਰ ਵੀ ਕੁਛ ਨਾ ਕੁਛ ਤਾਂ ਪਲਾਨ ਕੀਤਾ ਹੋਣਾ ਆਉਣ ਵਾਲੇ ਸਮੇਂ 'ਚ। ਕੁਛ ਹੈ ਪਲਾਨ? ਕਾਫੀ ਪਲਾਨਸ ਨੇ, ਬਹੁਤ ਸਾਰੇ ਕੋਲੈਬੋਰੇਸ਼ਨਸ ਲਾਈਨਡ ਅਪ ਨੇ, ਬਹੁਤ ਸਾਰੇ ਸਿੰਗਲ ਟਰੈਕਸ ਵੀ ਲਾਈਨਡ ਅਪ ਨੇ, ਫਿਲਮ ਦਾ ਵੀ ਤੁਹਾਨੂੰ ਪਤਾ ਹੈ। ਬਸ ਬਾਕੀ ਸਰਪ੍ਰਾਈਜ਼ ਰਹਿਣ ਦਿਓ ਥੋੜ੍ਹਾ ਜਿਹਾ। ਜਦੋਂ ਬਰਾੜ ਸਾਹਿਬ ਹਮੇਸ਼ਾ ਗੱਲ ਕਰਦੇ ਨੇ, ਮੈਂ ਵਾਰ-ਵਾਰ ਰਾਜ ਬਰਾੜ ਸਾਹਿਬ ਦੀ ਗੱਲ ਕਰ ਰਿਹਾ ਕਿਉਂਕਿ ਉਹ ਸ਼ਖਸੀਅਤ ਹੀ ਇੰਨੀ ਵੱਡੀ ਸੀ। ਉਹਨਾਂ ਨੇ ਬਹੁਤ ਸਾਰੇ ਸਿੰਗਰਸ ਨੂੰ ਬਣਾਇਆ। ਕਿ ਤੁਹਾਨੂੰ ਲੱਗਦਾ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ ਤੁਹਾਨੂੰ ਕੰਮ ਕਰਨ ਨੂੰ ਮਿਲੂਗਾ, ਜਿਹੜੇ ਲੋਕਾਂ ਨੂੰ ਇਹਨਾਂ ਨੇ ਬਣਾਇਆ ਰਾਜ ਬਰਾੜ ਸਾਹਿਬ ਨੇ, ਅਤੇ ਉਹਦਾ ਕੋਈ ਫਾਇਦਾ ਹੋਊਗਾ? ਮੈਂ ਇਹ ਨਹੀਂ ਕਹੂੰਗੀ ਕਿ ਉਹਨਾਂ ਨੂੰ ਬਣਾਇਆ ਹੈ, ਬਟ ਮੈਂ ਇਹ ਜ਼ਰੂਰ ਕਹੂੰਗੀ ਕਿ ਪਹਿਲਾ ਮੌਕਾ ਇੰਡਸਟਰੀ 'ਚ ਲੋਕਾਂ ਦੇ ਸਾਹਮਣੇ ਜੇ ਲੈ ਕੇ ਆਏ ਨੇ ਤਾਂ ਉਹ ਪਾਪਾ ਲੈ ਕੇ ਆਏ ਨੇ। ਕਿਉਂਕਿ ਕਿਤੇ ਨਾ ਕਿਤੇ ਉਹਨਾਂ 'ਚ ਵੀ ਕੋਈ ਨਾ ਕੋਈ ਖੂਬੀ ਹੋਊਗੀ, ਕਿਤੇ ਨਾ ਕਿਤੇ ਟੈਲੈਂਟ ਪਾਪਾ ਨੂੰ ਦਿਸਿਆ ਹੋਊਗਾ। ਸੋ ਉਹਨਾਂ ਨੇ ਇਹ ਸੋਚਿਆ ਕਿ ਮੌਕਾ ਦੇਵਾਂ। ਬਟ ਬਿਲਕੁਲ ਚਾਹੂੰਗੀ ਕਿ ਕਦੇ ਨਾ ਕਦੇ ਉਹਨਾਂ ਨਾਲ ਕੰਮ ਕਰਾਂ, ਕਿਉਂਕਿ ਅੱਜ ਉਹਨਾਂ ਦਾ ਲੈਵਲ ਬਹੁਤ ਮੇਰੇ ਤੋਂ ਬਹੁਤ ਉੱਪਰ ਨੇ, ਕਾਫੀ ਸੀਨੀਅਰ ਨੇ ਸਾਰੇ। ਸੋ ਬਿਲਕੁਲ ਚਾਹੂੰਗੀ ਕਿ ਕਦੇ ਨਾ ਕਦੇ ਕੰਮ ਕਰਨ ਦਾ ਮੌਕਾ ਮਿਲੇ। ਅਸੀਂ ਦੇਖਾਂਗੇ ਫਿਰ ਸਵਿਤਾਜ ਨੂੰ ਜਲਦੀ ਅਖਾੜਿਆਂ ਦੇ ਵਿੱਚ, ਜਿਵੇਂ ਸਾਡੀ ਪੰਜਾਬੀ ਕੁੜੀਆਂ ਨੇ ਬਹੁਤ ਉਹਨਾਂ ਨੇ ਨਾਮ ਚਮਕਾਇਆ, ਬੜੇ ਉੱਚੀਆਂ ਹੇਕਾਂ ਦੇ ਵਿੱਚ ਗੀਤ ਗਾਉਂਦੀਆਂ ਨੇ, ਮਤਲਬ ਪਤਾ ਲੱਗਦਾ ਵੀ ਹਾਂ ਪੰਜਾਬੀ ਕੁੜੀ ਗਾ ਰਹੀ ਹੈ। ਦੇਖਾਂਗੇ ਜਲਦੀ ਅਸੀਂ ਤੁਹਾਨੂੰ ਵੀ। ਬਿਲਕੁਲ ਦੇਖੂੰਗੇ। ਮੈਂ ਵੀ ਚਾਹੁੰਦੀ ਹਾਂ ਕਿ ਮੈਂ ਇਸ ਤੋਂ ਉੱਚੇ ਮੁਕਾਮ 'ਤੇ ਪਹੁੰਚਾਂ। ਤੁਸੀਂ ਜਿਵੇਂ ਇਸ ਤੋਂ ਪਹਿਲਾਂ ਤੁਹਾਡੇ ਗਾਣੇ ਜਿਹੜੇ ਨਖਰਿਆਂ ਵਾਲੀ ਗਾਣਾ ਤਾਂ ਵੈਸੇ ਬੀਟ ਆਇਆ,
ਪਰ ਫਿਰ ਵੀ ਜਿਹੜਾ ਪਹਿਲਾ ਗਾਣਾ ਸੀ ਤੁਸੀਂ ਰੋਮਾਂਟਿਕ ਪਸੰਦ ਕੀਤਾ, ਤੁਹਾਡੀ ਆਵਾਜ਼ ਵੀ ਠਰਮੇ ਵਾਲੀ ਲੱਗਦੀ ਹੈ ਨਾ, ਪਰ ਬੀਟ ਗਾਣੇ ਨੂੰ ਪਸੰਦ ਕਰਦੇ ਹੋ ਜਿਵੇਂ ਕੋਈ ਖੜਕੇ ਦੜਕੇ ਵਾਲੇ ਗੀਤਾਂ ਨੂੰ? ਖੜਕੇ ਦੜਕੇ ਐਜ਼ ਇਨ ਖੜਕੇ ਦੜਕੇ ਦਾ ਮਤਲਬ ਸਿਰਫ ਇਕੱਲਾ ਢੋਲ ਢੋਲ ਤੋਂ ਹੀ, ਬਸ ਹੋਰ ਰਫਲਾ ਰੁਫਲਾ ਤਾਂ ਨਹੀਂ? ਮਤਲਬ ਭੰਗੜਾ ਬੇਸਡ ਸੌਂਗਸ, ਹਾਂਜੀ ਹਾਂਜੀ ਬਿਲਕੁਲ ਕਰਨਾ ਚਾਹੂੰਗੀ, ਸਭ ਹਰ ਜਨਰ ਟਰਾਈ ਕਰਨਾ ਚਾਹੂੰਗੀ। ਬਸ ਮੈਂ ਇਹ ਚਾਹੁੰਦੀ ਹਾਂ ਮੈਂ ਕਦੇ ਵੀ ਮੇਰਾ ਤੁਸੀਂ ਇਹੋ ਜਿਹਾ ਕੋਈ ਗਾਣਾ ਨਹੀਂ ਸੁਣੋਗੇ ਇਨ ਫਿਊਚਰ ਵੀ ਜਿਹਦੇ 'ਚ ਡਰੱਗਸ ਦੀ ਜਾਂ ਵੈਪਨ ਦੀ ਕਿਸੇ ਵੀ ਤਰ੍ਹਾਂ ਦੀ ਵੈਲ ਪੁਣੇ ਦੀ ਟਾਈਪਸ ਕੋਈ ਇੱਦਾਂ ਦੇ ਵਰਡਸ ਹੋਣ ਜਾਂ ਇਸ ਚੀਜ਼ ਬਾਰੇ ਗੱਲ ਹੋਵੇ। ਇਹਨਾਂ ਚੀਜ਼ਾਂ ਤੋਂ ਮੈਂ ਦੂਰ ਰਹਿਣਾ ਚਾਹੁੰਦੀ ਹਾਂ, ਬਾਕੀ ਹਰ ਜਨਰ ਟਰਾਈ ਕਰਨਾ ਚਾਹੁੰਦੀ ਹਾਂ। ਇੱਕ ਸਵਿਤਾਜ ਜਦੋਂ ਨਾਮ ਸੁਣੀਦਾ ਤੇ ਬੜਾ ਵੱਖਰਾ ਜਿਹਾ ਲੱਗਦਾ ਹੈ। ਜਦੋਂ ਮੈਂ ਸਪੈਲਿੰਗ ਪੜ੍ਹੀ ਇਹਦੇ ਤਾਂ ਮੈਂ ਜਦੋਂ ਫੇਸਬੁੱਕ ਤੁਹਾਨੂੰ ਸਰਚ ਕਰ ਰਿਹਾ ਸੀ ਤਾਂ ਸਵੀਤਾਜ ਮਤਲਬ ਸਵੀਟ ਤੋਂ ਬਣਦਾ ਹੈ। ਇਹ ਨਾਮ ਤੁਹਾਨੂੰ ਇੰਨਾ ਪਿਆਰਾ ਕਿਸ ਨੇ ਦਿੱਤਾ? ਇਹ ਮੰਮਾ ਦੇ ਪਾਪਾ ਦੀ ਕੰਬਾਈਨ ਐਫਰਟ ਆ। ਮੇਰਾ ਨਾਮ ਜਿਹੜਾ ਸੀ ਇਹ ਪਹਿਲਾਂ ਮੰਮਾ ਨੇ ਪੜ੍ਹਿਆ ਸੀ ਸ਼ਹਿਤਾਜ ਕਿਸੇ ਸਟੋਰੀ 'ਚ। ਸੋ ਮੇਰੇ ਬਰਥ 'ਤੇ ਜਦੋਂ ਸੁਜੈਸਟ ਕੀਤਾ ਮੰਮਾ ਨੇ ਤਾਂ ਪਾਪਾ ਕਹਿੰਦੇ ਅੱਗੇ ਜਿਹੜਾ ਸ਼ਾਹ ਲੱਗਦਾ ਏ ਉਹ ਥੋੜ੍ਹਾ ਮੈਸਕੂਲਿਨ ਲੱਗਦਾ, ਇਹਨੂੰ ਚੇਂਜ ਕਰੋ। ਫਿਰ ਉਹ ਸਵੀਤਾਜ ਬਣ ਗਿਆ ਸੀ, ਪਾਪਾ ਨੇ ਅੱਗੇ ਸਵੀਟ ਲਾਤਾ ਸੀ। ਪੰਜਾਬੀ ਇੰਡਸਟਰੀ ਦੇ ਵਿੱਚ ਜਦੋਂ ਮੈਂ ਪਹਿਲਾਂ ਗੱਲ ਕੀਤੀ ਬਹੁਤ ਸਾਰੀਆਂ ਕੁੜੀਆਂ ਨੇ, ਪੰਜਾਬੀ ਇੰਡਸਟਰੀ ਦੇ ਵਿੱਚ ਕੋਈ ਐਸੀ ਕੁੜੀ ਜਾਂ ਬਾਲੀਵੁੱਡ ਦੀ ਐਸੀ ਕੁੜੀ ਜਿਹੜੀ ਤੁਹਾਨੂੰ ਇਨਸਪਾਇਰ ਕਰਦੀ ਹੋਵੇ, ਜਿਹਦੇ ਵਰਗੇ ਤੁਸੀਂ ਬਣਨਾ ਚਾਹੁੰਦੇ ਹੋ? ਬਾਲੀਵੁੱਡ ਦੀ ਗੱਲ ਕਰਾਂ ਤਾਂ ਆਈ ਰੀਅਲੀ ਲੁੱਕ ਅਪ ਟੂ ਨੇਹਾ ਕੱਕੜ ਜੀ ਐਂਡ ਆਪਣੀ ਪੰਜਾਬੀ ਇੰਡਸਟਰੀ ਦਾ ਸਭ ਨੂੰ ਪਤਾ ਹੈ, ਮੈਂ ਹਰ ਇੰਟਰਵਿਊ 'ਚ ਉਹਨਾਂ ਦਾ ਨਾਮ ਲਿਆ। ਆਈ ਰੀਅਲੀ ਲੁੱਕ ਅਪ ਟੂ ਨਿਮਰਤ ਖਹਿਰਾ ਜੀ ਅ ਲੋਟ। ਵੈਸੇ ਨਿਮਰਤ ਖਹਿਰਾ ਦੇ ਵਿੱਚ ਜਿਹੜੀ ਸਾਦਗੀ ਹੈ ਉਹ ਤੁਹਾਡੇ ਵਿੱਚ ਦਿਖਦੀ ਹੈ, ਤਾਂ ਹੀ ਸ਼ਾਇਦ ਤੁਸੀਂ ਉਹਨੂੰ ਸੱਚਮੁੱਚ ਲੱਗਦਾ ਵੀ ਇੰਸਪਾਇਰ ਹੋਵੋਗੇ। ਸਵਿਤਾਜ, ਅੱਜ ਜਾਂਦੇ ਜਾਂਦੇ ਆਖਰੀ ਸਵਾਲ, ਵੈਸੇ ਤੁਸੀਂ ਪਹਿਲਾਂ ਕਿਹਾ ਕਿ ਉਹਨਾਂ ਦੀ ਗੱਲ ਕਰਦੇ ਤੁਸੀਂ ਬਲੈਂਕ ਹੋ ਜਾਂਦੇ ਹੋ, ਪਰ ਲੋਕ ਵੀ ਜਾਣਨਾ ਚਾਹੁੰਦੇ ਨੇ ਰਾਜ ਬਰਾੜ ਸਾਹਿਬ ਦਾ ਜਦੋਂ ਆਖਰੀ ਦਿਨਾਂ ਦੇ ਵਿੱਚ ਇੱਕ ਗੀਤ ਆਇਆ ਸੀ ਕਿ ਆਲੋ ਪੁੱਤ ਛੱਡਤੀ ਸ਼ਰਾਬ ਤੁਹਾਡੇ ਪਾਪੇ ਨੇ, ਉਹ ਸ਼ਰਾਬ ਦਾ ਜੋ ਅਸਰ ਸੀਗਾ ਉਹ ਸ਼ਾਇਦ ਪਰਿਵਾਰ ਨੂੰ ਬੜਾ ਨੁਕਸਾਨ ਦੇ ਗਿਆ। ਉਸ ਗੀਤ ਬਾਰੇ ਉਹਨਾਂ ਦਾ ਜੋ ਉਹਨਾਂ ਦਿਨਾਂ ਦੇ ਵਿੱਚ ਜਦੋਂ ਗੀਤ ਗਾਇਆ ਉਹਨਾਂ ਦੇ ਉਹ ਅਸੀਂ ਫੀਲ ਸਮਝ ਸਕਦੇ ਹਾਂ ਕਿ ਉਹਨਾਂ ਦੇ ਮਨ ਦੇ ਵਿੱਚ ਕਿੰਨਾ ਦਰਦ ਸੀ, ਕਿੰਨਾ ਪਛਤਾਵਾ ਸੀ। ਕਿਹੋ ਜਿਹੇ ਸੀ ਉਹ ਦਿਨ ਤੁਸੀਂ ਉਹਨਾਂ ਦੇ ਵਿੱਚ ਵਿਚਰੇ ਹੋਵੋਗੇ ਜਦੋਂ ਗੀਤ ਆਇਆ? ਜਦੋਂ ਗੀਤ ਰਿਲੀਜ਼ ਹੋਇਆ ਹੈ ਉਦੋਂ ਤਾਂ ਪਾਪਾ ਦੇ ਵਿੱਚ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਆ ਗਈ ਸੀ। ਸੋ ਪਾਪਾ ਦੀ ਐਲਕੋਹਲਿਕ ਹੈਬਿਟ ਵੀ, ਵੈਸੇ ਵੀ ਪਾਪਾ ਕਾਫੀ ਚੇਂਜ ਹੋ ਗਏ ਸੀ। ਸੋ ਬਹੁਤ ਪੋਜ਼ਿਟਿਵਿਟੀ ਆ ਗਈ ਸੀ। ਬਸ ਉਹ ਦਿਨ ਵਧੀਆ ਸੀ, ਉਹ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ, ਆਈ ਡੋਂਟ ਨੋ। ਖੈਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਡੇ ਲਈ ਸਮਾਂ ਕੱਢਿਆ, ਅਤੇ ਅਸੀਂ ਹਮੇਸ਼ਾ ਤੇ ਰਾਜ ਬਰਾੜ ਸਾਹਿਬ ਦੇ ਫੈਨ ਤੇ ਈਵਨ ਸਾਰੀ ਸਮੁੱਚੀ ਕਾਇਨਾਤ ਇਹ ਚਾਹੂਗੀ ਕਿ ਅਗਰ ਤੁਸੀਂ ਚੰਗੇ ਗਾਣੇ ਗਾਉਂਦੇ ਹੋ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋ, ਤਾਂ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ। ਬਹੁਤ ਬਹੁਤ ਸ਼ੁਕਰੀਆ ਸਨ ਸਾਹਿਬ। ਥੈਂਕ ਯੂ ਸੋ ਮਚ। ਦੋਸਤੋ ਇਹ ਸਨ ਸਵਿਤਾਜ, ਔਰ ਬੜੀਆਂ ਜੋ ਇਹਨਾਂ ਨੇ ਆਪਣੀ ਲਾਈਫ ਦੇ ਐਕਸਪੀਰੀਅੰਸ ਦੱਸੇ ਨੇ, ਰਾਜ ਬਰਾੜ ਸਾਹਿਬ ਨਾਲ ਇਹਨਾਂ ਦਾ ਕੀ ਰਿਸ਼ਤਾ ਰਿਹਾ, ਰਾਜ ਬਰਾੜ ਸਾਹਿਬ ਦੀ ਲਾਈਫ ਤੋਂ ਕੀ ਇੰਸਪੀਰੇਸ਼ਨ ਇਹਨਾਂ ਨੂੰ ਮਿਲੀ, ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰੋਜੈਕਟ ਨੇ ਉਹਨਾਂ ਬਾਰੇ ਅਸੀਂ ਗੱਲਬਾਤ ਕੀਤੀ।